ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪੰਜਵਾ। ਜਿਨ੍ਹਾਂ ਨ ਵਿਸਰੈ ਨਾਮ ਸੇਕ ਨੇਹਿਆ, ਭੇਦ ਨ ਜਾਣਹੁ ਮੂਲ ਸਾਈਂ ਜੇਹਿਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ। ਕਹਿੰਦੇ ਜਿਨ੍ਹਾਂ ਨੂੰ ਇਹ ਨਿਰੰਕਾਰ ਪਰਮੇਸ਼ਰ ਆਪ ਜੀ ਦਾ ਪਵਿੱਤਰ ਨਾਮ ਨਹੀਂ ਵਿਸਰਦਾ ਹੈ, ਉਹ ਜਿਹੜੇ ਗੁਰਮੁਖ ਪਿਆਰੇ ਹਨ, ਉਹਨਾਂ ਦਾ ਤੇ ਨਿਰੰਕਾਰ ਦਾ ਕੋਈ ਭੇਦ ਨਹੀਂ। ਇਹ ਪਰਮੇਸ਼ਰ ਉਹ ਤਾਂ ਤੇਰੇ ਹੀ ਸਮਾਨ ਹੈ। ਜਿਨ੍ਹਾਂ ਨੂੰ ਵਿਸਰਿਆ ਨਾਮ, ਜਿਨ੍ਹਾਂ ਨੂੰ ਤੇਰਾ ਨਾਮ ਨਹੀਂ ਵਿਸਰਦਾ, ਉਹ ਕਿਹੋ ਜਿਹਾ ਸੇ ਕਨੇਹਿਆ। ਸੇ ਮੈਨੇ ਉਹ ਕਨੇਹਿਆ ਕਿਸ ਤਰ੍ਹਾਂ ਦੇ ਹਨ। ਭੇਦ ਨਾ ਜਾਣਹੁ ਮੂਲ ਸਾਈਂ ਜਿਹਾ। ਉਹਨਾਂ ਦਾ ਤੇ ਪਰਮੇਸ਼ਰ ਦਾ ਕੋਈ ਭੇਦ ਨਾ ਜਾਣੋ, ਭੇਦ ਸਰੂਪ ਆ, ਉਹ ਤੇਰੇ ਸਮਾਨ ਹੈ। ਹਰ ਹਰ ਜਨ ਦੁਈ ਏਕ ਹੈ, ਬੇਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੇ। ਮੂਲ ਕਦਾ ਚਿੱਤ ਵੀ ਉਹਨਾਂ ਦਾ ਤੇ ਨਿਰੰਕਾਰ ਦਾ ਕੋਈ ਪਰਸਪਰ ਭੇਦ ਨਹੀਂ ਹੈ। ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ, ਸੁਖ ਪਾਇਆ ਜਨ ਪ੍ਰਸਾਦ ਦੁਖ ਸਭ ਮਿਟਿਆ। ਰਹਾਉ। ਇਹ ਨਿਰੰਕਾਰ ਪਰਮੇਸ਼ਰ ਤੁਮ ਸੰਗ ਆਪ ਜੀ ਦੇ ਨਾਲ ਭੇਟਣੇ ਨਾਲ, ਮਿਲਣੇ ਨਾਲ, ਮਨ ਕਰਕੇ ਵੀ, ਤਨ ਕਰਕੇ ਵੀ, ਬਾਣੀ ਕਰਕੇ ਵੀ ਨਿਹਾਲ ਹੋ ਗਏ। ਨੀ ਵਿਸ਼ੇਸ਼ ਕਰਕੇ ਹਾਲ ਦੁੱਖਾਂ ਤੋਂ ਰਹਿਤ ਹੋ ਗਏ, ਨਦਰੋਂ ਨਦਰ ਨਿਹਾਲ ਹੋ ਗਏ। ਉਹ ਸੰਤਾਂ ਮਹਾਂਪੁਰਸ਼ਾਂ ਦੀ ਕਿਰਪਾ ਬਖਸ਼ਿਸ਼ ਨਾਲ ਸਾਰੇ ਦੁੱਖ ਜਿਹੜੇ ਮਿਟੇ ਗਏ ਤੇ ਉਹਨਾਂ ਨੂੰ ਰੂਹਾਨੀ ਸੁੱਖ ਜਿਹੜੇ ਹਨ ਉਹ ਪ੍ਰਾਪਤ ਹੋ ਗਏ ਹਨ। ਕਿਉਂਕਿ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਹੀ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਇਆ ਕਰਦੀ ਹੈ। ਜੀਤੇ ਖੰਡ ਬ੍ਰਹਮੰਡ ਉਧਾਰੇ ਤਿੰਨ ਕੇ। ਜਿੰਨੇ ਵੀ ਖੰਡ ਆ ਬ੍ਰਹਮੰਡ ਉਹ ਸਾਰੇ ਦੇ ਸਾਰੇ ਉਹ ਜਿਹੜੇ ਸੇਵਕ ਸੀ, ਉਹਨਾਂ ਨੇ ਕਹਿੰਦੇ ਖੇ, ਉਹਨਾਂ ਦੀ ਜਿਹੜੀ ਖੇ ਚਰਨਾਂ ਦੀ ਧੂੜ ਆ, ਉਹਨੂੰ ਉਧਾਰੇ ਕਲਿਆਣ ਕਰਤੀ ਤਿੰਨ ਖੇ। ਤਾਂ ਉਹਨਾਂ ਨੇ ਉਧਾਰੇ ਭਾਵ ਉਹਨਾਂ ਦੀ ਸੰਗਤ ਕਰਕੇ ਉਹਨਾਂ ਦਾ ਆਧਾਰ ਹੁੰਦਾ ਹੈ, ਜੋ ਮਹਾਂਪੁਰਖਾਂ ਦੇ ਚਰਨੀ ਲੱਗਦੇ ਹਨ। ਭਾਵ ਉਹਨਾਂ ਦੀ ਚਰਨ ਸਰਨ 'ਚ ਰਹਿ ਕੇ ਨਿਰਮਾਣ ਹੋ ਕੇ ਜੋ ਸੇਵਾ ਕਰਕੇ ਉਹਨਾਂ ਦੀ ਸਿੱਖਿਆ ਨੂੰ, ਉਹਨਾਂ ਦੇ ਉਪਦੇਸ਼ ਨੂੰ ਧਾਰਨ ਕਰਦੇ ਹਨ, ਉਹਨਾਂ ਦਾ ਆਧਾਰ ਹੋ ਜਾਂਦਾ ਹੈ। ਗਾਹਾਂ ਜਿਹੜੇ ਉਹਨਾਂ ਦੀ ਸੰਗਤ ਕਰਦੇ ਆ, ਉਹ ਉਹਨਾਂ ਦੀ ਵੀ ਕਲਿਆਣ ਕਰ ਦਿੰਦੇ ਹਨ। ਕਿਉਂਕਿ ਪਰਮੇਸ਼ਰ ਦੀ ਦਰਗਾਹ 'ਚੋਂ ਉਹਨਾਂ ਨੂੰ ਵੀ ਰੂਹਾਨੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਜਿਨ ਮਨ ਵਠਾਪ ਪੂਰੇ ਭਗਤ ਸੇ। ਜਿਨ੍ਹਾਂ ਦੇ ਮਨ ਵਿੱਚ ਛੇ ਨਿਰੰਕਾਰ ਪਰਮੇਸ਼ਰ ਤੁਸੀਂ ਆ ਕੇ ਵਸ ਗਏ ਹੋ, ਆਪ ਪ੍ਰਗਟ ਹੋ ਗਏ ਹੋ, ਉਹ ਪੂਰੇ ਭਗਤ ਆ। ਉਹਨਾਂ ਦਾ ਤਾਂ ਫਿਰ ਉਹਨਾਂ ਦਾ ਕੋਈ ਭੇਦ ਨਹੀਂ ਰਹਿ ਜਾਂਦਾ। ਸੋ ਨਸਲਪੁਰ ਇੱਕ ਬਜ਼ੁਰਗ ਧੰਨ ਧੰਨ ਬਾਬਾ ਬੀਰ ਰਮਦਾਸ ਜੀ ਦੇ ਪਾਸ ਬਦੌਸ਼ੀ ਗਏ। ਕਹਿਣ ਲੱਗੇ ਕਿੱਥੋਂ ਆਇਆ? ਕਹਿੰਦੇ ਜੀ ਫਲਾਣੇ ਨਗਰ ਤੋਂ ਆਇਆ। ਕਹਿੰਦੇ ਹੁਣ ਮੇਰੇ ਕੋਲ ਨਹੀਂ ਆਉਣਾ, ਤੁਹਾਡੇ ਨਗਰ 'ਚ ਹੀ ਸੰਤ ਬਾਬਾ ਅਜੀਤ ਸਿੰਘ ਜੀ ਹੈ, ਉਹਨਾਂ ਦੇ ਦਰਸ਼ਨ ਕਰ ਲਿਆ ਕਰੋ, ਉਹ ਮੇਰਾ ਹੀ ਸਰੂਪ ਹਨ। ਬਾਬਾ ਬੀਰ ਰਮਦਾਸ ਜੀ ਸਰੀਰ ਕਰਕੇ ਤਾਂ ਮਿਲੇ ਨਹੀਂ, ਪਰ ਅੰਤਰਜਾਮੀ ਸਾਰਾ ਕੁਛ ਜਾਣਿਆ ਕਰਦੇ ਹਨ। ਫਿਰ ਕਹਿਣ ਲੱਗੇ ਕਿ ਗੁਰਮੁਖੀ ਪੜ੍ਹ ਲੈਂਦੇ ਹੋ? ਕਹਿੰਦੇ ਜੀ ਹੁਕਮ ਕਰੋ। 5 ਗ੍ਰੰਥੀ ਸਾਹਿਬ ਮੰਗਾਈ, ਰੀਲ ਤੇ
ਸਤਿਕਾਰ ਨਾਲ ਪ੍ਰਕਾਸ਼ ਕਰਕੇ ਕਹਿਣ ਲੱਗੇ, ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਓ। ਜਦੋਂ ਪਾਠ ਕਰਦੇ ਰਹੇ, ਬ੍ਰਹਮ ਗਿਆਨੀ ਦੀ ਅਸ਼ਟਪਦੀ ਆਈ। ਪਹਿਲਾਂ ਚਰਨਾਂ ਭਾਰ ਬੈਠੇ ਸੀ, ਫਿਰ ਪੱਬਾਂ ਭਾਰ ਹੋ ਗਏ, ਫਿਰ ਅੰਗੂਠਿਆਂ ਦੇ ਭਾਰ। ਕਹਿਣ ਲੱਗੇ, ਹੁਣ ਪੋਥੀ ਸਾਹਿਬ ਸੁਖਨ ਆਸਣ ਕਰਕੇ ਬਿਰਾਜਮਾਨ ਕਰ ਦਿਓ। ਕਹਿਣ ਲੱਗੇ, ਮਹਾਰਾਜ ਭਾਈ ਪਾਠ ਪੂਰਾ ਕਰਦਿਆਂ ਕਹਿੰਦੇ, ਹੁਣ ਗੁਰੂ ਅਰਜਨ ਸਾਹਿਬ ਜੀ ਸਾਖਿਆਤ ਪ੍ਰਗਟ ਹੋ ਗਏ ਹਨ, ਉਹਨਾਂ ਦਾ ਤੇਜ ਨਹੀਂ ਝੱਲਿਆ ਜਾਂਦਾ ਹੈ। ਕਿਉਂਕਿ ਬਾਬਾ ਬੀਰਮਦਾਸ ਜੀ 25 ਸ੍ਰੀ ਸੁਖਮਨੀ ਸਾਹਿਬ ਰੋਜ਼ ਕਰਿਆ ਕਰਦੇ ਸਨ, ਤੇ ਫਿਰ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰਮੁਖ ਰੋਮ ਰੋਮ ਹਰਤਿਆ ਵੈਸੀ ਅਵਸਥਾ ਉਹਨਾਂ ਦੀ ਬਣੀ ਹੋਈ ਸੀ। ਉਹਨਾਂ ਨੂੰ ਫਿਰ ਅਭੇਦ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸ ਤਰ੍ਹਾਂ ਉਹਨਾਂ ਦੇ ਕੋਲ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜਾਇਆ ਕਰਦੇ ਸੀ। ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜੈਨ ਵਾਲਿਆਂ ਕੋਲ ਜਾਣਾ। ਫਿਰ ਰੇਰੂ ਸਾਹਿਬ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਕੋਲ, ਫਿਰ ਬੀਰਮਦਾਸ ਜੀ ਦੇ ਪਾਸ। ਉਹ ਵਧੀਆ ਲੋਕ ਸੀ, ਆਮ ਕਿਸੇ ਨੂੰ ਨੇੜੇ ਆਉਣ ਨਹੀਂ ਦਿੰਦੇ, ਤੇ ਸੰਤਾਂ ਨੂੰ ਕੁੱਟ ਕੇ ਜੱਫੀ ਪਾ ਲਈ। ਕਹਿਣ ਲੱਗੇ ਕਿ ਹੁਣ ਤੁਹਾਨੂੰ ਮਹਾਰਾਜ ਨੇ ਅਭੇਦ ਅਵਸਥਾ ਜਿਹੜੀ ਹੈ ਬਖਸ਼ ਦਿੱਤੀ ਹੈ। ਕਿਉਂਕਿ ਫਿਰ ਬਾਣੀ ਪੜ੍ਹਦਿਆਂ ਪੜ੍ਹਦਿਆਂ ਬਾਣੀ ਦਾ ਸਰੂਪ ਸ਼ਬਦ ਸਰੂਪ ਹੋ ਜਾਂਦਾ। ਨਿਰੰਕਾਰ ਦਾ ਸਰੂਪ ਅਸਲੀ ਸ਼ਬਦ ਹੀ ਹੈ। ਉਹ ਸ਼ਬਦ ਸਰੂਪ ਹੋ ਜਾਂਦੇ ਹਨ। ਜਿਨ੍ਹਾਂ ਦੇ ਮਨ 'ਚ ਆਪ ਵਸਿਆ ਉਹ ਪੂਰੇ ਭਗਤ ਹੈ। ਜਿਸ ਨੂੰ ਮੰਨੇ ਆਪ ਸੋਈ ਮੰਨਿਐ, ਜਿਸ ਨੂੰ ਕਹਿੰਦੇ ਹਾਂਜੀ ਆਪ ਮਾਨਤਾ ਦੇ ਦਿੰਦਾ, ਮੰਨਦਾ, ਉਹ ਜਿਹੜੇ ਦਾਸ ਹੈ ਉਹ ਜਿੱਥੇ ਵੀ ਚੱਲ ਜਾਣ ਉੱਥੇ ਹੀ ਮੰਨੇ ਜਾਂਦੇ। ਹਰ ਜਗ੍ਹਾ ਹੀ ਉਹਨਾਂ ਦੀ ਮਨੌਤ ਹੁੰਦੀ ਹੈ। ਉਹਨਾਂ ਲਈ ਕੋਈ ਦੇਸ ਬਗਾਨਾ ਨਹੀਂ, ਸਭ ਦੇਸ ਉਹਨਾਂ ਦੇ ਆਪਣੇ ਹੀ ਹੈ। ਕਿਉਂਕਿ ਪਰਮੇਸ਼ਰ ਵਿਆਪਕ ਸਰੂਪ ਹੈ। ਜਦੋਂ ਵਿਆਪਕ ਸਰੂਪੀ ਪਰਮੇਸ਼ਰ ਦੀ ਬੰਦਗੀ ਕਰਕੇ ਵਿਆਪਕ ਸਰੂਪ ਹੋ ਗਏ ਤੇ ਕਿਤੇ ਵੀ ਚਲੇ ਜਾਣ ਉੱਥੇ ਉਹਨਾਂ ਦੀ ਮਾਨਤਾ। ਧੰਨ ਧੰਨ ਬਾਬਾ ਖੁਦਾ ਸਿੰਘ ਜੀ ਮਹਾਰਾਜ ਅਫਗਾਨਿਸਤਾਨ ਵਿੱਚ ਗਏ, ਉੱਥੇ ਦੇ ਉਹਨਾਂ ਦੀ ਮਾਨਤਾ ਹੋ ਰਹੀ ਹੈ। ਜਿੱਥੇ ਵੀ ਜਾਂਦੇ ਹੈ, ਜਿਹਨੂੰ ਪਰਮੇਸ਼ਰ ਆਪ ਮੰਨਦਾ ਵੀ ਸਾਡਾ ਸੇਵਕ ਆ, ਉਹਨਾਂ ਨੂੰ ਫਿਰ ਮਾਨਤਾ ਦਾ ਸਰਟੀਫਿਕੇਟ ਦੇ ਦਿੰਦੇ। ਜਿੱਥੇ ਵੀ ਜਾਂਦੇ ਸਾਰਾ ਸੰਸਾਰ ਵੀ ਉਹਨਾਂ ਨੂੰ ਮੰਨਦਾ, ਹਰ ਜਗ੍ਹਾ ਉਹਨਾਂ ਨੂੰ ਸਤਿਕਾਰ ਪਿਆਰ ਮਿਲਦਾ ਹੈ। ਧੰਨ ਧੰਨ ਬਾਬਾ ਕਰਮ ਸਿੰਘ ਜੀ ਦੇ ਸੇਵਕ ਹੁੰਦੇ ਸੀ। ਲਾਲਟਨ ਬਾਲ ਕੇ ਰੱਖਣੀ, ਮਰਜ਼ੀ ਨਾਲ ਘੁੰਮਦੇ ਰਹਿਣਾ। ਇੱਕ ਵਾਰੀ ਵਾਇਸਰਾਏ ਦੇ ਚਲੇ ਗਏ, ਕਿਸੇ ਨੇ ਰੋਕਿਆ ਹੀ ਨਹੀਂ। ਕਹਿੰਦੇ ਕਿਵੇਂ ਆਏ ਆ, ਕੀ ਕੰਮ ਹੈ? ਕਹਿੰਦੇ ਜੀ ਕੰਮ ਕੋਈ ਨਹੀਂ, ਵੈਸੇ ਹੀ ਆਏ ਸੀ, ਚਲੋ ਮਿਲ ਕੇ ਲੈ ਆਈਏ। ਜਿੱਥੇ ਵੀ ਜਾਂਦੇ ਉੱਥੇ ਹੀ, ਕੋਈ ਰੋਕ ਟੋਕ ਨਹੀਂ। ਪ੍ਰਗਟ ਪੁਰਖ ਪ੍ਰਵਾਨ ਸਭ ਠਾਈ ਜਾਣਿਆ। ਹੁਣ ਮਹਾਰਾਜ ਕਹਿੰਦੇ ਆ ਕਿ ਸਾਰੀਆਂ ਜਗ੍ਹਾ 'ਚੋਂ ਮੰਨੇ ਜਾਂਦੇ ਆ। ਇਹ ਪਰਮੇਸ਼ਰ ਤੂੰ ਸਾਰੇ ਪ੍ਰਮਾਣਾਂ ਕਰਕੇ ਹਰ ਜਗ੍ਹਾ ਪ੍ਰਗਟ ਹੈ। ਕੋਈ ਜਗ੍ਹਾ ਐਸੀ ਨਹੀਂ। ਵੇਦਾਂ ਕਰਕੇ, ਗੁਰਬਾਣੀ ਕਰਕੇ, ਦੇਖ ਲਓ ਮਹਾਂਪੁਰਸ਼ਾਂ ਕਰਕੇ ਪਰਮੇਸ਼ਰ ਜਿਹੜਾ ਹਰ ਜਗ੍ਹਾ ਪ੍ਰਗਟ ਹੈ। ਸਭ ਠਾਈ ਜਾਣੇ ਐਸਾ ਪੁਰਸ਼ ਹੈ। ਕੋਈ ਜਗ੍ਹਾ ਐਸੀ ਨਹੀਂ ਜਿੱਥੇ ਨਹੀਂ ਜਾਣਿਆ ਜਾਂਦਾ ਹੈ। ਮਹਾਰਾਜ ਕਹਿਣ ਲੱਗੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਵੀ ਆਪ ਵੀ ਬਿਟੋ ਆਖਿਆ, ਜਿਲੇ ਦੇਖੀ ਦਾ ਉੱਥੇ ਹੀ। ਕਹਿੰਦੇ ਮਰਦਾਨੇ ਜਾਣਾ ਆਉਣਾ ਕਿੱਥੇ ਹੈ? ਜਿਹੜੀ ਵਿਆਪਕ ਸ਼ਕਤੀ ਹੈ ਉਹ ਹਰ ਜਗ੍ਹਾ ਹੀ ਹੁੰਦੀ ਹੈ। ਸੂਰਜ ਦਾ ਪ੍ਰਕਾਸ਼ ਕਿੱਥੇ ਜਾਂਦਾ ਹੈ?
हर जगह ही है। इस तरह जो निरंकार है वो व्यापक स्वरूप है, उसकी कला जी हर जगह ही प्रगट होंदी है। इस तरह जो व्यापक विच अभेद हो जाते हैं, उन्होंने भी वो कला आ जाती है। जिमें कोई वो नटनी रस्से के उत्ते अपनी खेल दिखा रही, थले वो ढोल ते डगा मार दे, वो कुदरती रस्सा टुट गया, कहते खुदा में मर गई। एक महापुरख जिहड़े भेद स्वरूप से बैठे से, क्योंकि जिहड़ा व्यापक है परिचिन्न हुंदा एक देसी, व्यापक सर्वदेशी। उन्हें उत्ते नूं हथ चुके ते कहंदे लो बच गई, भाव किड्डी दूरों बोच लिया, सट नहीं लगी। संगत कहे महाराज ये की क्या भी बोच लिया बच गई? कहंदे वैसे ही जिहड़े खेड़े पे, कहंदे इस तरह कोई नटनी रस्से दे उत्ते अपना खेल दिखा रही सी, रस्सा टुट गया, उन्होंने खुदा दा वास्ता पाया, खुदा में मर गई। ते असीं खुदा दे सेवक, खुदा विच भेद हो गए। खुदा व्यापक है, फकीर दी आत्मा भी व्यापक न मिल के व्यापक रूप हो जाती। उन्होंने खुदा दा वास्ता पाया, असीं हत्थां ते बोझ के उन्होंने बचा दिता, धरती ते बिठाता। जो सेवारन के अनुवार सारा पूछया तो वह गल बिल्कुल सही निकली। इस तरह ये व्यापक कला ऐसी है। जिहड़े ऐसे महापुरख है वो परमेश्वर विच अभेद आ, उन्हां दा ते उन्हां दा आपस विच कोई भी फर्क नहीं हुंदा है। दिन सरैण आराध संभालै साहसा, वो जो गुरमुख प्यारे वो दिन रात उस परमेश्वर की आराधना करते हैं। साह साह श्वास श्वास उस परमेश्वर का नाम सिमरन करते हैं, उसका जाप करते हैं, उसका ध्यान करते हैं। कोई श्वास भी उन्होंने व्यर्थ नहीं जाता है, क्योंकि पहला तो हठ भी करना पैंदा, मेहनत भी करनी पैंदी है। जदों फिर सास ग्रसी क्रिया बन जाए, जिमें श्वास ऐटोमैट गया, इस तरह सिमरन भी ऐटोमैटिक हो जाता। फिर सिमरन करद्या करद्या जिमें कबीर साहब जी ने कहा, कबीर तू तू करता तू हुआ मुझ में रहना हूँ, जब आपा पर का मिट गया जत देखा तत तू। बेदार पासे वो हुई है, उसका जाप करते करते उसका ही स्वरूप हो जाते, उसदे विच अभेद हो जाते हैं। इस करके सतगुर सच्चे पातशाह जी ने उन्होंने सारिया इच्छा पूरियां कर दित्तियां। फिर प्रगट पुरख प्रताप, प्रगट पुरख परवान सब ठाई जाने। वो जिहड़ा पुरख परमात्मा सारा जगह प्रगटिया, वेदां शास्त्रां गुरबाणी महापुरखों द्वारा प्रवाणिक सारिया जगह च जानिया जाता है। वो गुरमुख दिन सरैण आराध संभाले साहसा, श्वास श्वास उसदे नाम की आराधना करते हैं, उसदे नाम नूं संभाले याद करते हैं, सिमरन करते हैं। नानकी लोचा पूर सच्चे पातशाह। धन श्री गुरु जी फरमाउंदे हैं कि सच्चे पातशाह कृपा करो, साडी लोचा जिहड़ी इच्छा है वो पूरी कर दो। क्योंकि एक तो विषयी लोग है, एक पंबर एक जग्यासू। जग्यासू जड़े है उन्होंने मन च परमात्मा की मिलने की इच्छा होंगी, तो जदों पे हुक्म बिच रह के सेवा सिमरन कमाई करते हैं, तो फिर एक अवस्था ऐसी आ जाती है, श्वास श्वास सिमरन करदियां उन्होंने इच्छा परमात्मा के मिलाप की पूरी हो जाती है। अभेद अवस्था हो जाती है कि नानकी लोचा को लोचा पूरी हो जाती है। सच्चे पातशाह, सच्चे पातशाह उन्होंने इच्छा पूरी कर देंगे हैं। पातशाह साड़ी इच्छा पूरी करो। धन धन बाबा ज्वाला सिंह महाराज जी ने एक महापुरुष कहन लगे, महाराज हुण तां
ज़्यादा अभ्यास करिए सिर दुखन लग पैंदा, कहंदे छड्ड हुण करी जाना, जिहदे वास्ते करदा सी ओह तां तेरा पूरा हो गया। इस वास्ते हुण तैनूं अवस्था मिल गई है, हुण तूं उस विच भेदता दा आनंद लैना कर, ਉਹਦੇ ਵਿੱਚ ਆਨੰਦਿਤ ਹੋ ਜਾ। ਉਹ ਜਿਹੜੇ ਗੁਰੂ ਪਿਆਰੇ ਫਿਰ ਹੁਣ ਨਦੀ ਰੌਲਾ ਪਾਉਂਦੀਆਂ ਨਦੀਆਂ ਤੇਰੇ ਸਮੁੰਦਰ ਮਿਲ ਗਈਆਂ, ਗੈਰ ਗੰਭੀਰ ਹੋ ਜਾਂਦੀਆਂ। ਇਸ ਵਾਸਤੇ ਹੁਣ ਪਹਿਲਾਂ ਰਵਿਦਾਸ ਜੀ ਨੇ ਕਿਹਾ ਜਬ ਲਗ ਤਾਗਾ ਬਾਹੋ ਵੇਹੀ, ਕਬੀਰ ਜੀ ਨੇ ਤਬ ਲਗ ਵਿਸਰਿਆ ਰਾਮ ਸੁਨੇਹੀ। ਅਤੇ ਜਿਹੜੇ ਮੰਜ਼ਿਲ ਮਿਲ ਗਈ ਫਿਰ ਕਹਿੰਦੇ ਗਿਆਨੇ ਕਾਰਨ ਕਰਮ ਅਭਿਆਸ, ज्ञान पाया तो कर्मै नास, फल कारण फूल ही बन राय, फल लगा तो फूल बुलाए। फिर वो उस अवस्था दे विच ही लीन हो जाते हैं। उन्हां दा ते परमात्मा दा कोई फर्क नहीं रहिंदा। ब्रह्म ज्ञानी आप परमेश्वर ਉਹਦੇ ਵਿੱਚ ਅਭੇਦ ਸਰੂਪ ਹੋ ਜਾਂਦੇ ਆ। ਪਰ ਫਿਰ ਵੀ ਵਿਵਹਾਰ ਕਿਰਿਆ ਨੂੰ ਮੁੱਖ ਰੱਖ ਕੇ ਇਹ ਨਹੀਂ ਕਿ ਆਪ ਰੱਬ ਬਣ ਕੇ ਵਹਿੰਦੇ ਆ। ਗੁਰੂ ਜੋਤੀ ਦਾ ਪਰਮਾਤਮਾ ਦਾ ਪੂਰਾ ਸਤਿਕਾਰ ਕਰਦੇ, ਅਦਬ ਕਰਦੇ ਆ ਅਤੇ ਹਉਮੈ ਨਹੀਂ ਧਾਰਦੇ ਕਿ ਜੇ ਸਾਨੂੰ ਮੰਜ਼ਿਲ ਮਿਲ ਗਈ ਹੈ ਅਤੇ ਹੁਣ ਹੰਕਾਰੀ ਬਣ ਜਾਈਏ। ਨਿਮਰਤਾ ਵਿੱਚ ਹੀ ਰਹਿੰਦੇ ਆ। ਪਰਮਾਰਥੀ ਤੌਰ 'ਤੇ ਅਭੇਦ ਅਵਸਥਾ ਹੋ ਜਾਂਦੀ ਹੈ। ਵਿਵਹਾਰ ਦੇ ਤੌਰ 'ਤੇ ਗੁਰੂ ਪਰਮੇਸ਼ਰ ਦੀ ਸ਼ਖਸੀਅਤ ਨੂੰ ਮਹਾਨ ਮੰਨਦੇ ਹੋਏ ਦਾਸਾ ਭਾਵ ਵਿੱਚ ਵਿਚਰਦੇ ਹਨ। ਜਿਵੇਂ ਇੱਕ ਬੜੇ ਪਹੁੰਚੇ ਮਹਾਤਮਾ ਸੀ, ਬੜੀ ਤਪੱਸਿਆ ਕੀਤੀ, ਕ੍ਰਿਸ਼ ਚੰਦਰਾਇਣ ਬੜੇ ਵਰਤ ਰੱਖੇ। ਇਹ ਵਰਤ ਹੁੰਦਾ ਕਿ ਇੱਕ ਇੱਕ ਬੁਰਕੀ ਕਢਾਈ ਜਾਣੀ, ਜਿਵੇਂ 15 ਤੋਂ ਇੱਕ ਤੇ ਆ ਗਿਆ, ਫਿਰ ਇੱਕ ਇੱਕ ਵਧਾਈ ਜਾਣੀ। ਇੱਕ ਮਹੀਨੇ ਵਿੱਚ ਇਹ ਪੂਰਾ ਹੁੰਦਾ। ਉਹਨੂੰ ਕ੍ਰਿਸ਼ ਚੰਦਰਾਇਣ ਵਰਤ ਕਹਿੰਦੇ। ਜਿਵੇਂ ਚੰਦਰਮਾ ਦੀ ਕਲਾ ਘਟਦੀ ਘਟਾਉਣਾ, ਜਿਵੇਂ ਵੱਧਦੀ ਵਧਾਉਣਾ। ਇਸ ਵਰਤ ਨੂੰ ਆਮ ਸਨਾਤਨੀ ਵੱਡਾ ਮੰਨਦੇ ਆ। ਫਿਰ ਵਰਤ ਵੀ ਐਸੇ ਕੀਤੇ ਬਹੁਤ ਵਰਸ਼, ਵੇਦ ਸ਼ਾਸਤਰ ਉਪਨਿਸ਼ਦ ਸਾਰੇ ਗ੍ਰੰਥ ਵੀ ਪੜ੍ਹੇ ਪੜ੍ਹਾਏ। ਫਿਰ ਸਾਧਨ ਵੀ ਪੂਰੇ ਕੀਤੇ ਕਰਮ ਪਾਸ਼ਨਾ ਗਿਆਨ ਵਿੱਚ। ਅਤੇ ਐਸਾ ਹੋਇਆ ਕਿ ਸਰੀਰਾਂ ਜਿਹੜੇ ਜਿਵੇਂ ਜਟਾਂ ਬਣ ਗਈਆਂ, ਪੰਛੀਆਂ ਨੂੰ ਘੋਂਸਲਾ ਬਣਾ ਲਿਆ। ਔਰ ਹੱਥ ਉਠਾਇਆ, ਤਪੱਸਿਆ ਕਰਦਿਆਂ ਦੇਖਿਆ ਕਿ ਉਹ ਪਕਸ਼ੀਆਂ ਨੇ ਵਿੱਚ ਆਲਣਾ ਪਾਇਆ। ਇੰਨਾ ਸਾਧਨ ਵਿੱਚ ਬੈਠੇ ਰਹੇ ਅਤੇ ਉਹ ਪੰਛੀਆਂ ਦੇ ਬੱਚੇ ਨਿਕਲੇ, ਉਹ ਚੂੰ ਚੂੰ ਕਰਦੇ। ਸਾਧਨ ਹੁਣ ਐਸਾ ਸਮਾਂ ਆ ਗਿਆ, ਵਿਚਾਰ ਆਇਆ ਵੀ ਕਲਯੁਗ ਦਾ ਸਮਾਂ, ਕਲ ਕਲੇਸ਼ ਹੈ, ਆਚਾਰ ਵਿਚਾਰ ਵੀ ਢਿੱਲੇ ਹੈ, ਭ੍ਰਿਸ਼ਟਾਚਾਰ ਵੀ ਹੈ, ਭੈੜੀ ਬੁੱਧੀ ਹੈ, ਵਿਹਾਰ ਵੀ ਭੈੜੇ ਹੈ, ਔਰ ਭੈੜੀਆਂ ਬਾਸ਼ਨਾਂ ਅਤੇ ਦੰਭ ਪਖੰਡ ਦਾ ਸਮਾਂ। ਮੈਂ ਅਸੀਂ ਤਪੱਸਿਆ ਕੀਤੀ, ਘੋਰ ਤਪੱਸਿਆ ਦਾ ਲਾਭ ਕਿ ਕਲਯੁਗ ਸਤਯੁਗ ਬਦਲ ਸਕਦਾ। ਕਿਉਂ ਕਲਯੁਗ ਦੇ ਸਮਾਂ ਜਿਹੜਾ ਵਿੱਚ ਵੀ ਕਲਿਆਣ ਹੋ ਜਾਏਗਾ, ਭਲਾ ਹੋਵੇ ਕਿ ਜਾਂ ਵਰਤਮਾਨ ਹੋ ਗਿਆ ਕਿ ਇਸ ਯੁੱਗ ਦੇ ਵਿੱਚ ਜਿੰਨੇ ਵੀ ਪ੍ਰਾਣੀ ਹੈ ਪੰਜਾਂ ਵਿਕਾਰਾਂ ਦੇ ਸ਼ਿਕਾਰ ਹੋ ਰਹੇ ਹੈ। ਪਰਿਵਾਰ ਆ, ਘਰ ਆ, ਨਗਰ ਆ, ਰਾਜ ਹੈ, ਰਾਸ਼ਟਰ, ਜਿੱਧਰ ਵੀ ਵੇਖੋ ਕਲਾ ਕਲੇਸ਼ ਸੰਸਾਰ ਘਿਰਿਆ ਹੋਇਆ।
ਤੇ ਮੈਨੂੰ ਸਹੀ ਰਸਤੇ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਕਿ ਸਾਰਿਆਂ ਤੋਂ ਪਹਿਲਾਂ ਇਹ ਜਿਹੜਾ ਕਲਯੁਗ ਹੈ ਇਹਦਾ ਨਾਸ ਕਰਾਂਗਾ। ਉਹਦੇ ਮਨ 'ਚ ਐਸੀ ਗੱਲ ਹੋ ਗਈ, ਆਪਣੇ ਆਪ ਨੂੰ ਵਿਚਾਰ ਕਰ ਰਿਹਾ। ਫਿਰ ਵਿਚਾਰ ਕੀਤਾ, ਮੈਨੂੰ ਆਪਣੀ ਜਿਹੜੀ ਤਪੱਸਿਆ ਕਹਿੰਦੇ ਇਹਨੂੰ ਪਹਿਲਾਂ ਰੋਕ ਕੇ ਨਾ ਕਲਯੁਗ ਨਾਲ ਮੁਕਾਬਲਾ ਕਰਨਾ ਚਾਹੀਦਾ। ਇਹ ਜਿਹੜੀ ਕਲਯੁਗ ਦੀ ਸ੍ਰਿਸ਼ਟੀ ਹੈ ਇਹਨੂੰ ਦੂਰ ਕਰਕੇ ਨਾ ਫਿਰ ਕਿ ਸ਼ੁੱਧ ਸ੍ਰਿਸ਼ਟੀ ਦਾ ਨਿਰਮਾਣ ਕਰਾਂ। ਸੰਸਾਰ ਦੇ ਵਿੱਚ ਅਸਤ ਦਾ ਬੀਜ ਜਿਹੜਾ ਇਹਦਾ ਨਾਸ ਕਰਾਂ। ਲੋਕ ਜਿੰਨੇ ਉਹ ਸੱਚ, ਚੰਗੀ ਭਾਵਨਾ, ਚੰਗਾ ਵਿਹਾਰ, ਚੰਗਾ ਵਿਚਾਰ, ਚੰਗਾ ਆਚਾਰ ਇਹ 'ਚ ਰਹਿਣ। ਇਹ ਜਿਹੜੇ ਪੰਜੇ ਵਿਕਾਰ ਆ ਇਹਨਾਂ ਦਾ ਵੀ ਸੁੱਤੇ ਸਿੱਧੇ ਨਾਸ ਹੋ ਜਾਏਗਾ। ਜਦੋਂ ਲੋਕ ਸਤਵਾਦੀ ਬਣ ਗਏ, ਸ੍ਰੇਸ਼ਟ ਵਿਚਾਰਾਂ ਵਾਲੇ ਬਣ ਗਏ, ਫਿਰ ਐਸਾ ਕਿ ਫਿਰ ਇੱਕ ਬੜੀ ਦਿਵ ਸ਼ਕਤੀ ਪੈਦਾ ਹੋਈ ਔਰ ਆਵਾਜ਼ ਸੁਣਾਈ ਦਿੱਤੀ, ਕਹਿੰਦੇ ਕਿਆ ਤੁਸੀਂ ਕਲਯੁਗ ਦਾ ਨਾਸ ਕਰਨ ਲਈ ਐਸਾ ਤਪ ਕੀਤਾ। ਔਰ ਜਿਹੜਾ ਹੈ ਹੁਣ ਦਾ ਸਮਾਂ, ਇਹ ਵਰਤਮਾਨ ਜਿਹੜੇ ਲੋਕ ਉਜਾੜਨੇ ਤੇ ਲੋਕਾਂ ਦਾ ਸਮਾਜ ਔਰ ਸਹਿਜ ਕਿਰਿਆ ਜਿਹੜੀ ਇਹਨੂੰ ਅਰਧਮੁਖੀ ਕਰਨਾ, ਐਸਾ ਵਿਚਾਰ ਕੀ ਸਾਧਨ ਕੋਈ ਸ਼ੁਰੂ ਕੀਤੀ ਹੈ? ਐਸਾ ਕੁਝ ਨਹੀਂ। ਕਹਿੰਦੇ ਮੈਂ ਤਾਂ ਕਲਯੁਗ ਦਾ ਨਾਸ ਕਰਕੇ ਫਿਰ ਚੰਗਾ ਯੁੱਗ ਜਿਹੜਾ ਸਥਾਪਨ ਕਰਨਾ ਚਾਹੁੰਦਾ। ਮੇਰੀ ਭਾਵਨਾ ਕਿ ਦੁਨੀਆ ਦੀ ਕਲਿਆਣ ਹੋਵੇ ਔਰ ਕਿਸੇ ਨੂੰ ਦੁੱਖ ਪਹੁੰਚਾਉਣ ਲਈ ਨਹੀਂ ਐਸਾ ਸੋਚ ਰਿਹਾ। ਮੇਰਾ ਤਾਂ ਇਹ ਹੈ ਕਿ ਲੋਕਾਂ ਨੂੰ ਖੁਸ਼ੀ ਹੋਵੇ, ਐਸਾ ਸੰਕਲਪ ਹੈ। ਫਿਰ ਮਹਾਤਮਾ ਕਹਿੰਦੇ ਠੀਕ ਹੈ, ਤੁਸੀਂ ਹੱਥ ਨੀਚੇ ਕਰੋ ਔਰ ਸੱਚ ਦੀ ਪਹਿਚਾਣ ਕਰੋ। ਉਹ ਦਿਵ ਲੋਕ ਜਿਹੜਾ ਸਿੱਖਿਆ ਕਹਿੰਦੇ ਨਹੀਂ ਮੈਂ ਐਸਾ ਨਹੀਂ ਕਰ ਸਕਦਾ। ਦੇਖਦੇ ਨਹੀਂ ਮੇਰੇ ਹੱਥੋਂ ਦੇ ਪਕਸ਼ੀਆਂ ਦੇ ਜਿਹੜੇ ਬੱਚੇ ਆ ਨਾ ਚੂੰ ਚੂੰ ਕਰਦੇ, ਮੇਰਾ ਹੱਥ ਹਿੱਲਣੇ ਨਾਲ ਤਾਂ ਫਿਰ ਡਿੱਗ ਪੈਣਗੇ, ਮਰ ਜਾਣਗੇ, ਪਾਪ ਹੋਏਗਾ। ਐਸਾ ਲੱਗ ਰਿਹਾ ਕਿ ਤੁਸੀਂ ਬੁੱਧੀ ਦੇ ਦਿਵਾਲੀ ਹੋਏ, ਦਿਵਾਲਾ ਨਿਕਲਿਆ। ਉਹ ਸੋਚੋ ਜਿਸ ਇਹਦੀ ਮਹਾਮਾਈ ਸ੍ਰਿਸ਼ਟੀ 84 ਲੱਖ ਜੂਨੀ ਜਿਸ ਪਰਮਾਤਮਾ ਨੇ ਬਣਾਈ ਹੈ, ਜਦ ਇੱਕ ਇੱਕ ਜੂਨੀ ਦੀ ਅਸੰਖ ਤੇ ਹੈ ਸੰਖਿਆ ਗਿਣੀ ਨਹੀਂ ਜਾਂਦੀ। ਹਾਂਜੀ, ਤੇ ਕਹਿੰਦੇ ਜਿਹੜੇ ਨੰਨੇ ਮੁੰਨੇ ਬੱਚੇ ਹਾਂਜੀ ਇਹਨਾਂ ਨਾਲ ਪਿਆਰ ਹੋਣਾ ਚਾਹੀਦਾ ਕਿ ਨਹੀਂ। ਤੂੰ ਆਪਣੀ ਸਿਰਜਣਾ ਸੇ ਤੈਨੂੰ ਮੋਹ ਨਹੀਂ ਹੋਏਗਾ। ਆ ਜਿਹੜੇ ਤੇਰੇ ਸਿਰ ਵਿੱਚ ਪੰਛੀ ਆ ਇਹਨਾਂ ਨਾਲ ਤੇਰਾ ਮੋਹ। ਇੱਕ ਤੂੰ ਹੀ ਹੈ ਜੋ ਹਾਂਜੀ ਪਰਾਏ ਨਿਰਮਾਣ ਵਾਸਤੇ ਇਹ ਪਕਸ਼ੀ ਜਾਂ ਬੱਚੇ ਇਹਨਾਂ ਦੇ ਮੋਹ ਜਾਲ 'ਚ ਪਿਆ। ਤੇ ਜਿਹੜੀ ਸ੍ਰਿਸ਼ਟੀ ਇੰਨੀ ਪਰਮੇਸ਼ਰ ਨੇ ਬਣਾਈ ਹੈ ਉਹਨੂੰ ਤੂੰ ਬੇਦਵੰਸ ਕਰਕੇ ਆਪਣੀ ਰਚਣੀ ਚਾਹੁੰਦਾ। ਇਹ ਤੇਰੀ ਭੁੱਲ ਹੈ। ਤੇਰੀ ਤਪੱਸਿਆ ਦਾ ਫਲ ਤਾਂ ਕਹਿੰਦੇ ਇਹਨੂੰ ਧੋਤਾ ਜਾਏਗਾ।
युग नूं बदलने वाली जी तेरी जी समस्त दिव्य शक्ति वो मोह दे कारण नाश हो गई है। कल युग का अंत करने का हाँ जी ये बुरा जड़ा साहस कर दे इनू भुल जाओ। वो दिव्य लोग ने जो बाणी कही तुम कौन हो सामने तो कहता आओ मैं तुहानू दसदा मेरी तपस्या में की समर्थ हाँ जी। तो फिर महात्मा देखा भी हमें बिरती आ गई आ मेरी कहते गल मन जाओ कि सर्वस्या बेसिमरत करके अपनी एकाग्र तपस्या च लीन रहो उदा ही कल्याण होएगा। फिर आवाज आई नहीं तो अपने रास्ते जाओ मैं जो चाहना करांगा। फिर महात्मा का जिहड़ा हंकार सी हाँ जी पैदा होया और क्रोध तो पहले ही होया। इस करके कहते हैं कि सारा कुछ परमेश्वर के हाथ विच है। वो बार बार टोकने ना फिर हौली हौली गाली गलोच पर उतरिया फिर तो नहीं गूंजी। वो अकल देंदे महात्मा मैनू तेरे दया आउंदी है तू अपनी तपस्या दा जिहड़ा फल है इनू ना गवा अपने अंदरों वासना खत्म कर क्योंकि उत्पत्ति पालना संगार करने वाला परमेश्वर है। तू अपना भजन कर तेनू आ जिहड़े तेरे सिर बख्शी उदा तेनू डेग के मर ना जान। ये सृष्टि तू बेध्वंस करनी चाहना ये परमात्मा की रची है तेनू की अधिकार है। ते जैसा हाँ जी करेगा ये परमात्मा दे हुक्म की अदूली है। इस वास्ते नहीं तो कोरे का कोरा ही रह जाएगा। तू अपने मार्ग ते चलिया चल परमेश्वर की क्रिया विच दखलअंदाजी ना कर। सतयुग आ त्रेता द्वापर आ कलयुग है ये परमेश्वर के हुक्म विच सारा कुछ हो रहा है। इस वास्ते जदों कि दिव्य पुरुष ने उसनू समझाया तो सोझी आई। तो कई बारी ऐसा है कि इंसान भजन बाणी करदा तो हुमे पैदा हो जाती शायद मैं भगवान बन के हूँ नई सृष्टि की रचना करांगा। परमेश्वर जाने जाने जिस तरह के जीवां के कर्म है उस तरह का फल भुगताना होंदा है। वो जिमें कोई तपस्या कर रहा सी भगवान खुश हुए कहते 12वां कहते जो मैं कहा मीह पवे कहते तू रहन दे इन्हां गल्लां नूं मैं जो करदा ठीक है। अखिर नहीं कहते चंगा जो उन्हें कहना वर्षा होनी बहुत अन्न पैदा होया जड़ा खावे वो मरी जाए। कहते मारे फिर मैं तो दुनिया के भले लिए कहते मैं अगे टाइम टाइम मीह पाउंदा सी कदी ओड़ लाउंदा सी कदी गर्मी सर्दी धुप हनेरी चलदी ते जिहड़े अन्न के दोष सी मैं दूर कर दिंदा सी। तू हुण मीह पाई गया दोष दूर नहीं कर सकिया जड़ा खांदा मर जांदा। तेरी तपस्या ने पाप किया कि पुण्य किया। इस वास्ते तू अपना भजन करके कल्याण प्राप्त कर परमेश्वर की क्रिया विच दखल न दे। ते साधु पुरुष दा ते है
कि गुरु महाराज का सिद्धांत है भाणा मनन पंथे पावन, ਉਹਦੇ ਭਾਣੇ ਵਿੱਚ ਰਹਿਣਾ, ਰਜ਼ਾ ਵਿੱਚ ਰਹਿਣਾ, ਇਹ ਵੱਡੀ ਭਗਤੀ ਹੈ। ਇਸ ਕਰਕੇ ਫਿਰ ਜਿਹੜਾ ਸਾਧੂ ਆ ਪਹੁੰਚਿਆ ਉਹ ਤਾਂ ਇੱਥੇ ਆ ਜਾਂਦਾ। ਸਰਬੇ ਭਵੰਤੂ ਸੁਖੀ ਨ ਸਰਬੇ ਸੰਤੂ ਨਿਰਮਇਆ ਸਰਬੇ ਭਦਰਾਣੀ ਪਸ਼ਯੰਤੂ ਮਾਂ ਕਸਯ ਦੁਖ ਭਾਗ ਭਵੇਤ। ਉਹ ਸਾਰਿਆਂ ਨੂੰ ਸਾਰੇ ਸੁਖੀ ਹੋਣ, ਸਾਰਿਆਂ ਤੇ ਉਹਦੀ ਦਇਆ ਹੋਵੇ, ਸਾਰਿਆਂ ਨੂੰ ਪਰਮੇਸ਼ਰ ਦਾ ਰੂਪ ਦੇਖਣਾ ਕਿ ਕੋਈ ਵੀ ਦੁੱਖ ਨਾ ਭੋਗੇ, ਸਭ ਨੂੰ ਸੁੱਖ ਮਿਲੇ, ਇਹ ਭਾਵਨਾ ਬਣਾਉਣੀ। ਉਹ ਤਾਂ ਜਿਹੜੇ ਪੂਰੇ ਆ ਉਹ ਤਾਂ ਫਿਰ ਇਸ ਢੰਗ ਨਾਲ ਕਈ ਵਾਰੀ ਕਈਆਂ ਤਪੱਸਿਆ ਕਰਕੇ ਐਸਾ ਵੀ ਹੋ ਜਾਂਦਾ ਹੈ। ਇੱਕ ਵਾਰੀ ਕਿਸੇ ਨੇ ਸ਼ਿਵ ਜੀ ਤਪੱਸਿਆ ਕੀਤੀ, ਵਰ ਮੰਗਿਆ ਜਿਹਨੂੰ ਮੈਂ ਦਵਾਈ ਦਿਆਂ ਮਰੇ ਨਾ। ਕੁਦਰਤੀ ਕੋਈ ਬਿਮਾਰ ਆ ਗਿਆ, ਉਹ ਗੋਲੀ ਦਿੱਤੀ, ਉਹ ਮਰ ਗਿਆ। ਕਹਿੰਦਾ ਸ਼ਿਵ ਜੀ ਤੁਸੀਂ ਵੀ ਝੂਠ ਬੋਲਦੇ, ਦੇਵਤੇ ਹੋ ਗਏ, ਜਿਹੜਾ ਦਵਾਈ ਖਾ ਮਰੇਗਾ ਨਹੀਂ, ਮਰ ਗਿਆ। ਸ਼ਿਵ ਜੀ ਕਹਿੰਦੇ ਮੈਨੂੰ ਅਲਾਮਾ ਕਿ ਦਿਨਾਂ ਦੇਵਤਾ ਗੋਲੀ ਉਹਦੇ ਅੰਦਰ ਗਈ ਹੈ, ਜਦੋਂ ਗੋਲੀ ਦੇ ਫਿਰ ਜਵਾਨ ਦੇ ਥੱਲੇ ਪਈ ਰਹੀ, ਅੰਦਰ ਗਈ ਨਹੀਂ। ਇਸ ਤਰ੍ਹਾਂ ਇਨਸਾਨ ਕਈ ਵਾਰੀ ਆਪਣੀ ਇੱਛਾ ਨਾਲ ਕੁਝ ਕਰਨਾ ਚਾਹੁੰਦਾ ਹੈ, ਪਰ ਅਸਲੀ ਤੇ ਜੋ ਪਰਮਾਤਮਾ ਨੂੰ ਪਾਉਂਦਾ ਉਹ ਹੀ ਠੀਕ ਹੈ। ਤੇ ਜਿਹੜੇ ਭੇਦ ਮਹਾਂਪੁਰਖ ਆ ਉਹ ਤਾਂ ਫਿਰ ਉਹਦੇ ਭਾਣੇ ਵਿੱਚ, ਉਹਦੇ ਰਜ਼ਾ ਵਿੱਚ, ਹੁਕਮ 'ਚ ਰਹਿੰਦੇ ਆ। ਤੇ ਉਹਨਾਂ ਬਾਰੇ ਮਹਾਰਾਜ ਨੇ ਕਿਹਾ ਕਿ ਉਹ ਪੁਰਸ਼ ਕੈਸੇ ਹੈ। ਉਹ ਪੁਰਸ਼ ਤਾਂ ਪਰਮਾਤਮਾ ਵਰਗੇ ਹੀ ਹੈ, ਜਿਹੜੇ ਪਰਮਾਤਮਾ ਦੇ ਭਾਣੇ ਵਿੱਚ ਰਹਿੰਦੇ ਆ, ਰਜ਼ਾ ਵਿੱਚ ਰਹਿੰਦੇ ਆ, ਹੁਕਮ ਵਿੱਚ ਰਹਿੰਦੇ ਹਨ। ਇਸ ਕਰਕੇ ਭੇਦ ਨਾ ਜਾਣੋ ਮੂਲ ਸਾਈਂ ਜਿਹੇ, ਉਹਨਾਂ ਦਾ ਭੇਦ ਨਾ ਜਾਣੋ, ਉਹ ਤਾਂ ਸਾਈਂ ਵਰਗੇ, ਪਰਮਾਤਮਾ ਵਰਗੇ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।